ਵਾਹਿਗੁਰੂ। ਧੰਨ ਧੰਨ ਪਰਮ ਪਿਤਾ ਦੀ ਗੋਦ ਵਿੱਚ ਉਸ ਦੀ ਮਹਿਕ, ਉਸ ਦੇ ਰੰਗ, ਉਸ ਦੇ ਰੂਪ, ਉਸ ਦੀ ਦਇਆ, ਉਸ ਦੇ ਪ੍ਰਕਾਸ਼ ਦਾ ਆਨੰਦ ਮਾਣ ਰਹੇ ਗੁਰੂ ਰੂਪ ਸਾਧ ਸੰਗਤ ਜੀ। आओ पहला फतेह सांझी करिए। वाहिगुरु जी का खालसा, वाहिगुरु जी की फतेह। धन धन श्री गुरु नानक देव जी दी वडमुल्ली प्रथम बाणी। धन धन श्री गुरु ग्रंथ साहिब महाराज जी दी 22वीं पौड़ी तक कथा हुई सी। अज उस गुरु दी किरपा नाल, आप ਦੇ ਆਸ਼ੀਰਵਾਦ ਨਾਲ, ਆਪ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾਉਣ ਦਾ ਫਿਰ ਸੁਭਾਗ ਪ੍ਰਾਪਤ ਹੋਇਆ ਹੈ। ਆਓ ਸਭ ਤੋਂ ਪਹਿਲਾਂ ਉਸ ਪਿਤਾ ਦੀ ਮਿੱਠੀ ਬਾਣੀ ਨੂੰ ਸਰਵਣ ਕਰੀਏ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ पवै सुमुंद न जानिए। सुमुंद साह सुल्तान गिरहा, सेती माल तन कीड़ी तुल न होवनी, जे तिस मनो न विसरै। वाहिगुरु जी का खालसा, वाहिगुरु जी की फतेह। 22वीं पौड़ी। धन धन श्री गुरु नानक देव जी महाराज। हे मेरे मालिक, हे मेरे परम पूर्ण परमात्मा, मेरे कोल अखर नहीं, मेरे कोल स्याही नहीं, मेरे कोल अखरां दे जोड़ दी कोई शब्दावली नहीं, जिहदे नाल, जिस शब्दावली दे घेरे दे नाल मैं तैनूं अपने घेरे दे विच लिया सकां। दृष्टमान अखर है जेते, नानक पार ब्रह्म नल्ले पा। ओ पार ब्रह्म, ओ इन्हां अखरां तो, ओ इस सब गिणतियां मिणतियां तो ऊपर है। पिता का जन्म के जाने पूत। असीं उस पिता दे बारे विच, एक पुत्र अपने पिता दे जन्म दे बारे दे विच की जान सकता है? ਅਸੀਂ ਉਸ ਪਿਤਾ ਬਾਰੇ ਕੀ ਜਾਣ ਸਕਦੇ ਹਾਂ? ਇੱਕ ਵਾਰੀ ਕਬੀਰ ਸਾਹਿਬ ਜੀ ਨੂੰ ਕਿਸੇ ਬੜੇ ਧਨਵਾਨ ਨੇ ਕਿਹਾ, ਕਬੀਰ ਤੇਰੇ ਕੋਲ ਕੀ ਹੈ? ਤੇਰੀ ਤੇ ਜਾਤ ਵੀ ਉੱਚੀ ਨਹੀਂ ਹੈ, ਤੇਰੇ ਕੋਲ ਤੇ ਧਨ ਦੌਲਤ ਵੀ ਨਹੀਂ ਹੈ, ਤੇਰੇ ਕੋਲ ਤੇ ਐਸੀ ਸੰਪत्ति ਵੀ ਕੋਈ ਨਹੀਂ ਹੈ ਜਿਸ ਦਾ ਤੂੰ ਮਾਣ ਕਰ ਸਕੇ। इंसान मान कर सकता है उच्ची जात दा, रंग रूप दा, तन संपत्ति दा। कबीर तेरे कोल ते कुछ भी नहीं है। कबीर साहब जी ने जवाब दिता, तुम कर लाख कोट असव हस्ती, हम कर एक मुरारी। ऐ भले पुरुष, तेरे घर दे विच हाथी कूड़े हन, तन दौलतां हन, भंडार हन तन दौलतां दे। मेरे कोल इहो जिहा कुछ भी नहीं है, पर मेरे कोल वो मुरारी है। वो जिसने तेनू ये चीज़ां बख्शियां हन, जिसने ये तेनू सारी धन संपत्ति, जिसने ये तेनू मान बख्शिया है, वो मेरे हिरदे दे विच है, मेरे कोल वो है। तेरे कोल कर किरत है, जो उस करते दी किरत तेनू मिली है, पर मेरे हिरदे दे विच वो करता है। वो परिपूर्ण परमात्मा है, उस धन तो वड्डा कोई नहीं। 22वीं पौड़ी दे विच किया गया सी, गुरु साहब जी ने फरमान कीता सी 22वीं पौड़ी दे विच कि ऐ मनुख तू उसनू वड्डा वड्डा आख। वो परिपूर्ण परमात्मा नू तू वड्डा वड्डा करके आखेगा ਤਾਂ ਉਸਦੇ ਜਿਹੜੇ ਗੁਣ ਨੇ ਤੇਰੇ ਵਿੱਚ ਆ ਸਕਦੇ ਹਨ। ਤੂੰ ਉਸਦਾ ਅੰਤ ਨਹੀਂ ਪਾ ਸਕਦਾ। ਹੁਣ ਉਸੇ ਹੀ ਆਸ਼ੇ ਨੂੰ ਅੱਗੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਸਾਲਾਹੀ ਸਾਲਾਹ।
ਸਲਾਹੀ ਦਾ ਮਤਲਬ ਹੁੰਦਾ ਹੈ ਸਲਾਉਣ ਵਾਲਾ, ਸਲਾਹ ਦਾ ਮਤਲਬ ਹੁੰਦਾ ਹੈ ਸਿਫਤ ਸਲਾਹ ਕਰਨੀ। ਜੋ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਉਹ ਇੱਕ ਦਿਨ ਤੁਰਦੇ ਤੁਰਦੇ ਜੋ ਹਨ ਉਸ ਪਰਿਪੂਰਨ ਪਰਮਾਤਮਾ ਦੇ ਦੇਸ਼ ਤੱਕ ਪਹੁੰਚ ਜਾਂਦੇ ਹਨ। ਕਈ ਵਾਰੀ ਕਈ ਧਰਮਾਂ ਦੇ ਵਿੱਚ ਜਾਂ ਕਈ ਮਨੁੱਖ ਜੋ ਪਖੰਡ ਕਰਦੇ ਹਨ, ਕਿਸੇ ਨੂੰ ਕਹਿ ਦਿੰਦੇ ਹਨ ਮੇਰਾ ਤੇ 10ਵਾਂ ਦਵਾਰ ਖੁੱਲ੍ਹ ਗਿਆ ਹੈ, ਤੁਹਾਡਾ ਖੁੱਲ੍ਹਿਆ ਹੈ ਕਿ ਨਹੀਂ। ਗੁਰੂ ਸਾਹਿਬ ਜੀ ਜੋ ਇੱਥੇ ਫਰਮਾਨ ਕਰਦੇ ਹਨ, ਉਹ ਕਹਿੰਦੇ ਹਨ ਇਹ ਸਾਰਾ ਪਖੰਡ ਹੈ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈ ਹੈ। ਉਹ ਜੋ ਪਰਿਪੂਰਨ ਪਰਮਾਤਮਾ ਨੂੰ ਮਿਲਣ ਦਾ ਢੰਗ ਹੈ, ਉਹ ਇੱਕ ਐਕਸੀਡੈਂਟਲੀ ਹੈ, ਉਹ ਇੱਕ ਅਚਾਨਕ ਹੈ। ਉਹ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਉਸ ਬਾਰੇ ਕੋਈ ਨਹੀਂ ਦੱਸ ਸਕਦਾ, ਔਰ ਜੋ ਉਸ ਨੂੰ ਲੱਭਣ ਗਿਆ, ਭਾਲਣ ਗਿਆ, ਉਸ ਦੇ ਵਿੱਚ ਸਮਾ ਗਿਆ, ਉਹ ਦੱਸਣ ਜੋਗਾ ਨਹੀਂ ਰਿਹਾ। ਉਹਨੇ ਪਰਤ ਕੇ ਦੁਨੀਆ ਨੂੰ ਨਹੀਂ ਦੱਸਿਆ ਕਿ ਮੈਂ ਉਸ ਪਰਮਾਤਮਾ ਨੂੰ ਪਾ ਲਿਆ ਹੈ। ਜੋ ਉਸ ਪਰਿਪੂਰਨ ਪਰਮਾਤਮਾ ਨੂੰ ਪਾ ਲੈਂਦੇ ਹਨ, ਉਹਨਾਂ ਨੂੰ ਇਹ ਸੁਰਤ ਨਹੀਂ ਮਿਲਦੀ ਕਿ ਉਹਨਾਂ ਨੇ ਕਦੋਂ ਉਸ ਨੂੰ ਪਾ ਲਿਆ। ਅਸੀਂ ਬਹੁਤ ਕਾਹਲੇ ਪੈਂਦੇ ਹਾਂ, ਕਈ ਵਾਰੀ 2-4 ਦਿਨ ਆਏ ਅਸੀਂ ਕਹਿੰਦੇ ਹਾਂ ਗੱਲ ਬਣਨੀ ਚਾਹੀਦੀ ਹੈ, ਪਰ ਇਹ ਇਨਸਾਨ ਉਸ ਪਿਤਾ ਨੂੰ ਵੱਡਾ ਵੱਡਾ ਕਰਕੇ ਉਸ ਦੀ ਸਿਫਤ ਸਲਾਹ ਕਰ। ਤੂੰ ਨਾ ਉਸਦਾ ਤੇ ਨਾ ਉਸਦੀ ਕੁਦਰਤ ਦਾ ਅੰਤ ਪਾ ਸਕਦਾ ਹੈ, ਇਸ ਲਈ ਤੂੰ ਉਸਦੀ ਸਿਫਤ ਸਲਾਹ ਕਰ। ਉਸਦੀ ਸਿਫਤ ਸਲਾਹ ਜਦੋਂ ਕਰੇਗਾ, ਏਤੀ ਸੁਰਤ ਨਾ ਪਾਈਆ, ਤੈਨੂੰ ਸੁਰਤ ਨਹੀਂ ਰਵੇਗੀ ਕਿ ਤੂੰ ਕਦੋਂ ਉਸ ਪਰਮਾਤਮਾ ਦੇ ਵਿੱਚ ਮਿਲ ਗਿਆ ਹੈ। ਇਹ ਜੋ ਉਸ ਪਰਮਾਤਮਾ ਨੂੰ ਮਿਲਣਾ ਹੈ, ਜਿਸ ਤਰ੍ਹਾਂ ਇੱਕ ਕੋਈ ਡਾਕਾ ਹੀ ਮਾਰਦਾ ਹੈ। ਜਦੋਂ ਡਾਕਾ ਮਾਰਦਾ ਹੈ ਤੇ ਉਹਦੇ ਵਿੱਚ ਬਹੁਤ ਸਾਰੀਆਂ ਪੰਡਾਂ ਭਰ ਲੈਂਦੇ ਹਨ। ਉਹ ਜਦੋਂ ਚੋਰ ਜਾਂਦੇ ਜਾਂਦੇ ਉਹਨਾਂ ਦੇ ਵਿੱਚੋਂ ਅੱਧਾ ਸਮਾਨ ਤੇ ਉਹਨਾਂ ਦਾ ਰਾਹ ਦੇ ਵਿੱਚ ਹੀ ਖਿਲਰ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਸਮਾਨ ਹੁੰਦਾ ਹੈ। ਉਹਨਾਂ ਦੇ ਵਿੱਚੋਂ ਛੋਟੇ ਮੋਟੇ ਹਾਰ ਤੇ ਅਕਸਰ ਡਿੱਗ ਪੈਂਦੇ ਹਨ। ਇਹ ਜੋ ਭਗਤਾਂ ਦੀ ਬਾਣੀ ਹੈ, ਇਹ ਜੋ ਉਹਨਾਂ ਦੇ ਬਚਨ ਹਨ, ਉਹ ਦੱਸਣ ਜੋਗੇ ਨਹੀਂ ਰਹੇ। ਇਹ ਤੇ ਉਹਨਾਂ ਦੇ ਕੋਲ ਜਿਹੜਾ ਬਾਹਰ ਡਿੱਗ ਗਿਆ, ਉਹਨਾਂ ਕੋਲੋਂ ਉਹਨਾਂ ਨੇ ਇਹਨਾਂ ਸ਼ਬਦਾਂ ਦੇ ਵਿੱਚ ਲਿਖ ਦਿੱਤਾ। ਜਿਸ ਤਰ੍ਹਾਂ ਕੋਈ ਰਾਜਾ ਸੋਨੇ ਦੇ ਭਾਂਡਿਆਂ ਦੇ ਵਿੱਚ ਖਾਣਾ ਖਾਂਦਾ ਹੈ, ਨੌਕਰ ਲੈ ਕੇ ਜਾਂਦਾ ਹੈ, ਕਿਤੇ ਕੋਈ ਸੋਨੇ ਦਾ ਚਮਚਾ ਡਿੱਗ ਜਾਂਦਾ ਹੈ, ਉਹ ਕੋਈ ਮੇਰੇ ਵਰਗਾ ਗਰੀਬ ਚੁੱਕ ਲੈ, ਉਸਦੇ ਕੰਮ ਆ ਸਕਦਾ ਹੈ। ਇਹ ਇਨਸਾਨ, ਇਹ ਜੋ ਬਾਣੀ ਹੈ, ਜੋ ਭਗਤਾਂ ਦੀ ਬਾਣੀ, ਜੋ ਉਸ ਨੂੰ ਮਿਲਿਆ ਹੈ, ਉਹ ਦੱਸਣ ਜੋਗਾ ਦੁਬਾਰਾ ਨਹੀਂ ਰਿਹਾ, ਉਸ ਦੇ ਵਿੱਚ ਲੀਨ ਹੋ ਗਿਆ ਹੈ। ਔਰ ਉਸ ਦਾ ਜੋ ਆਸੇ ਪਾਸੇ ਕੋਈ ਥੋੜਾ ਬਹੁਤ ਸਮਾਨ ਖਿਲ ਰਿਹਾ ਹੈ, ਉਸ ਨੂੰ ਚੁੱਕ ਕੇ ਤੂੰ ਆਪਣੇ ਜੀਵਨ ਨੂੰ ਸਵਾਰ ਸਕਦਾ ਹੈ। ਗੁਰੂ ਸਾਹਿਬ ਜੀ ਇੱਥੇ ਬਹੁਤ ਅੱਛੀ ਉਦਾਹਰਨ ਦਿੰਦੇ ਹਨ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ। ਜਦੋਂ ਨਦੀ ਸਮੁੰਦਰ ਦੇ ਵਿੱਚ ਮਿਲਦੀ ਹੈ, ਨਦੀ ਤਾਂ ਨਦੀ ਹੈ, ਵਾਹ ਦਾ ਮਤਲਬ ਛੋਟੀਆਂ ਨਦੀਆਂ ਹੁੰਦੀਆਂ ਹਨ। ਜਦੋਂ ਉਹ ਸਮੁੰਦਰ ਦੇ ਵਿੱਚ ਜਾਂਦੀਆਂ ਹਨ, ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਹਨ, ਉਹਨਾਂ ਦਾ ਆਪਣਾ ਆਕਾਰ, ਉਹਨਾਂ ਦਾ ਆਪਣਾ ਰੰਗ, ਉਹਨਾਂ ਦਾ ਆਪਣਾ ਭੇਦਭਾਵ ਹੋ ਜਾਂਦਾ ਹੈ। ਹੁਣ ਸਮੁੰਦਰ ਦੇ ਵਿੱਚ ਕੌਣ ਦੱਸੇ ਗੰਗਾ ਕਿਹੜੀ ਹੈ, ਕੌਣ ਦੱਸੇ ਜਮਨਾ ਕਿੱਥੇ ਹੈ, ਨਰਮਦਾ ਕਿੱਥੇ ਰਹਿ ਗਈ ਹੈ, ਚਿਨਾਬ ਕਿੱਥੇ ਰਹਿ ਗਿਆ ਹੈ, ਉੱਤੇ ਆਪਣਾ ਰੂਪ ਖੋ ਚੁੱਕੇ ਹਨ। ਇਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਹੈ, ਉਹ ਆਪਣਾ ਰੂਪ ਖੋ ਕੇ ਉਸ ਸਮੁੰਦਰ ਦੇ ਖਜ਼ਾਨੇ ਦੀਆਂ ਮਾਲਕ ਬਣ ਗਈਆਂ ਹਨ। ਇਸੇ ਤਰ੍ਹਾਂ ਜੋ ਬ੍ਰਹਮ ਗਿਆਨੀ ਹੈ, ਜੋ ਉਸ ਪਿਤਾ ਦੇ ਰਸਤੇ ਤੇ ਚੱਲਦਾ ਚੱਲਦਾ, ਜਦੋਂ ਇਨਸਾਨ ਚੱਲਦਾ ਹੈ, ਮਨ ਪੂਰਾ ਸਾਥ ਨਹੀਂ ਦਿੰਦਾ, ਪਰ ਚਲਦਿਆਂ ਚਲਦਿਆਂ ਮਨ ਦੀਆਂ ਖਾਸ਼ਾਂ ਕੱਟਦੀਆਂ ਜਾਂਦੀਆਂ ਹਨ। ਇਹ ਮਨ ਛੋਟਾ ਹੁੰਦਾ ਜਾਂਦਾ ਹੈ, ਉਸ ਪਰਿਪੂਰਨ ਪਰਮਾਤਮਾ ਦਾ ਰਸਤਾ ਜੋ ਹੈ ਉਹ ਸਾਫ਼ ਦਿਸਦਾ ਹੈ। ਔਰ ਜਦੋਂ ਉੱਥੇ ਮਿਲਦਾ ਹੈ, ਉੱਥੇ ਕੋਈ ਧਰਮ ਨਹੀਂ ਰਹਿ ਜਾਂਦਾ, ਉੱਥੇ ਕੋਈ ਜਾਤ ਨਹੀਂ ਰਹਿ ਜਾਂਦੀ, ਉੱਥੇ ਕੋਈ ਦੇਸ਼ ਨਹੀਂ ਰਹਿ ਜਾਂਦਾ, ਉੱਥੇ ਕੋਈ ਮਜ਼ਹਬ ਨਹੀਂ ਰਹਿ ਜਾਂਦਾ। ਇਹ ਬੰਦੇ, ਉੱਥੇ ਤੇ ਤੂੰ ਪਰਮਾਤਮਾ ਤੇ ਪਰਮਾਤਮਾ ਤੂੰ। ਫਿਰ ਇਹ ਚੀਜ਼ਾਂ ਜਿਹੜੀਆਂ ਦੁਨੀਆ ਦੀਆਂ ਹਨ, ਇਹਨਾਂ ਦੇ ਵਿੱਚ ਜੋ ਤੂੰ ਘੁੰਮਦਾ ਹੈ, ਇਹ ਫੋਕੀਆਂ ਹਨ। ਜੋ ਸਮੁੰਦਰ ਦਾ ਮਾਲਕ ਬਣ ਗਿਆ, ਜੋ ਸਮੁੰਦਰ ਦੇ ਵਿੱਚ ਮਿਲ ਗਿਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ। ਜਿਸ ਤਰ੍ਹਾਂ ਉਹ ਸਮੁੰਦਰ ਦੇ ਵਿੱਚ ਬਹਿ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਐਕਸੀਡੈਂਟਲੀ ਉਹਦੇ ਵਿੱਚ ਬਹਿ ਕੇ ਆਪਣਾ ਭਾਵ, ਆਪਣਾ ਰੰਗ, ਆਪਣਾ ਆਕਾਰ, ਆਪਣਾ ਰੂਪ ਖੋ ਬੈਠਦੀਆਂ ਹਨ। ਤੇ ਗੰਗਾ ਖੋ ਗਈ, ਜਮਨਾ ਖੋ ਗਈ,
चिनाब खो गया उत्थे। इसी तरह ही जो ब्रह्म ज्ञानी है, जो उस पिता दे नाल मिलता है, अपना मजहब, अपना धर्म, अपनी जात, अपना रंग, अपना रूप, अपना देश, सब कुछ खत्म हो जाता है। उत्थे कुछ नहीं बाकी बचता। नदियां ते पवे समुंद ना जानी। इत्थे गुरु साहब ने जो नदियां शब्द वरत्या है, ये गुरसिखां लई संगत शब्द है। नदियां दा मतलब है संगत। हुण जे एक आकाश दे विचों कोई बूंद गिरी है, वो जिहड़ी बूंद है अगर वो गिर जावे, वो कल्ली बूंद ते नदी नहीं बन सकती। वो बूंद ते डिग्गी ते खत्म हो गई। और जो मींह दी बूंद हुंदी है, जो पानी हुंदा है, अगर उसनूं धरती तो आउण तो पहलां रोक दिया जावे ते उहदे वर्गा कोई पवित्र जल नहीं है। जल नूं तुसीं कितना भी धरती ते साफ कर लो, वो जो जल दी बूंद है उहदे वर्गा पवित्र नहीं हुंदा। जिस तरह वो आसमान तो डिग पई, इसे तरह असीं परमात्मा तो आए हाँ। जदों असीं पैदा होए सी, उदों असीं भी उस बूंद की तरह पवित्र सी। वो बूंद जो पवित्र बूंद है, हुण वो जिहड़ी बूंद है वो कित्थे डिगदी है? अगर ते वो नदी दे विच मिल गई, अगर वो बूंद नदी दे विच डिग गई ते उहदा वहण बन गया, उहदा एक आसरा बन गया, वो समुंदर वर चल पई। इसे तरह जे इंसान नूं संगत मिल जावे, वो संगत दे विच आ जावे, वो बूंद किते संगत दे विच डिग जावे ते वो जो है वो परिपूर्ण परमात्मा दे वल चल पैंदी है। कबीर निर्मल बूंद आकाश की, मिल गई भूम विकार। जो बूंद विकारां दे विच डिग पई, जो बूंद धरती ते जां अग दे विच डिग गई, विकारां दे अग दे विच डिग गई, वो सड़ के सुआह हो गई, वो उत्थे खत्म हो गई, वो नष्ट हो गई। नदियां ते वाह, ये जो संगत है, संगत का जो रूप है, संगत विच बैठ के उस परमात्मा की असीं जो सिफत सलाह करते हाँ, वो सिफत सलाह सानू उस परमात्मा तक लैके जाती है। संगत का मतलब भीड़ नहीं है, संगत का मतलब इकट्ठ नहीं है, संगत का मतलब ये नहीं है कि बहुत सारे लोग इकट्ठे हो गए। इस तरह ते सानू सिनेमा हॉलों दे विच, बाजारां दे विच बहुत सारे लोग मिलते हैं, वो कोई संगत नहीं है। संगत वो है जिथे बैठ के शरीर उस परमात्मा की गल करते हैं, जो उस पिता का चिंतन करते हैं, उस परमात्मा की प्राप्ति का वर्णन करते हैं, उसनूं पाउण का यतन करते हैं। वो नदी की तरह एक वहण बनता है। असीं संगत दे विच आउंदे हां, संगत दे विच आउणा बहुत उत्तम गल है। गुरु साहब कहते हैं संगत दे विच इस तरह आओ। गुरु पूरन है, सिख पूरा केड़ा है? गुरु पूरन वो है जिसनूं पूरन ज्ञान है। सिख पूरा केड़ा है? जिहड़ा कहंदा है मैनूं कुछ नहीं पता। वो सिख बन के इस संगत दे विच आ। माफ करना, ये धर्म की बीमारी जो है, एक छूत की बीमारी वर्गी है। जे किसी इंसान नूं छूत की बीमारी लगी होवे, असीं उसका झूठा पानी नहीं पींदे, असीं उस तो दूर रहंदे हां, असीं उसनूं हथ नहीं मिलाउंदे, क्योंकि जे उसनूं हथ लग गया तो वो बीमारी दूसरे इंसान विच आ जाती है। धर्म भी इसे तरह शरीरां विचों ही आउंदा है। जो गुरमुख हो गया है, जो उस ब्रह्मगानी नाल मिल गया है, परमात्मा ने उसनूं भी क्यों कहा है तू संगत दे विच आ, उसकी लोड़ है। जोड़े साफ करदियां कोई ऐसा इंसान जिसके जोड़े हैं जो उस परमात्मा दे नाल मिलिया है, उहदी कोई धूड़ साडे शरीर दे उत्ते पै गई, वो एक छूत की बीमारी की तरह है। वो जो कण साडे विच आ गया, असीं उस परमात्मा की भगती वल लग जाएंगे। हो सकता साडे तो पहला मत्था टेकण तो पहला कोई ऐसा इंसान मत्था टेक गया होवे जो उस पिता दे नाल मिलिया होया है, ਉਹਦੇ ਨਾਲ ਸਾਡੇ भी मुकद्दर बदल जान, साडा भी मत्था उत्थे किते टिक जावे। वो तरंगां जो परमात्मा दियां उस इंसान दे विच वहिंदियां हन, वो साडे विच भी आ जान। इसे लिए संगत विच बह के जो प्रभाव बनदा है, जो औरा जिसनूं कहंदे हन संत महापुरुष,
ਅਸੀਂ ਕਈ ਵਾਰੀ ਕਈ ਇਨਸਾਨਾਂ ਕੋਲ ਬੈਠਦੇ ਹਾਂ, ਅਗਰ ਅਸੀਂ ਬੈਠਦੇ ਹਾਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ, ਸ਼ਾਂਤੀ ਮਿਲਦੀ ਹੈ। ਕਿਉਂ? ਉਹ ਪਰਿਪੂਰਨ ਪਰਮਾਤਮਾ ਨਾਲ ਮਿਲੇ ਹਨ, ਜਾਂ ਉਹਨਾਂ ਦੇ ਮਨ ਵਿੱਚ ਉਸ ਪਰਮਾਤਮਾ ਦਾ ਪਿਆਰ ਹੈ। ਔਰ ਬਹੁਤ ਸਾਰੇ ਲੋਕ ਜੋ ਸਾਨੂੰ ਮਿਲਣਗੇ, ਅਗਰ ਅਸੀਂ ਉਹਨਾਂ ਨੂੰ ਮਿਲਦੇ ਹਾਂ ਸਾਡਾ ਮਨ ਅਚਾਟ ਹੋ ਜਾਂਦਾ ਹੈ। ਕਿਉਂ? ਉਹ ਜਿਹੜੀਆਂ ਤਰੰਗਾਂ ਹਨ, ਉਹ ਤਰੰਗਾਂ ਸਾਡੇ ਸਰੀਰ 'ਤੇ ਕੰਮ ਕਰਦੀਆਂ ਹਨ। ਪਰਮਾਤਮਾ ਨੂੰ ਹਿੰਦੀ ਦੇ ਵਿੱਚ ਅਤਿਥੀ ਕਿਹਾ ਜਾਂਦਾ ਹੈ। ਤਿਥੀ ਦਾ ਮਤਲਬ ਤਾਰੀਖ ਹੁੰਦਾ ਹੈ, ਅਤਿਥੀ ਦਾ ਮਤਲਬ ਹੁੰਦਾ ਹੈ ਮਹਿਮਾਨ। ਕਬੀਰ ਜੀ ਨੇ ਵੀ ਕਿਹਾ ਹੈ ਕਿ ਜਾਗ ਕੇ ਰਹੋ, ਕੀ ਪਤਾ ਉਹ ਪਿਤਾ ਆਵੇ ਤੇ ਅਸੀਂ ਸੁੱਤੇ ਹੀ ਨਾ ਰਹਿ ਜਾਈਏ, ਉਹ ਦਰਵਾਜ਼ਾ ਖੜਕਾ ਕੇ ਚਲੇ ਜਾਵੇ ਤੇ ਅਸੀਂ ਉਸ ਨੂੰ ਮਿਲ ਹੀ ਨਾ ਸਕੀਏ। ਅਤਿਥੀ ਦਾ ਮਤਲਬ ਹੁੰਦਾ ਹੈ ਪ੍ਰਾਹੁਣਾ। ਪ੍ਰਾਹੁਣਾ ਕਿਹੜਾ ਹੁੰਦਾ ਹੈ? ਜਿਸ ਦਾ ਪਤਾ ਨਾ ਹੋਵੇ। ਇਹ ਪੁਰਾਣੇ ਜ਼ਮਾਨੇ ਦੀ ਰੀਤ ਹੈ। ਜਦੋਂ ਕੋਈ ਪ੍ਰਾਹੁਣਾ ਆਉਂਦਾ ਸੀ, ਉਹ ਦੱਸ ਕੇ ਨਹੀਂ ਸੀ ਆਉਂਦਾ, ਅਚਨਚੇਤ ਆਉਂਦਾ ਸੀ, ਅਚਾਨਕ ਆਉਂਦਾ ਸੀ। ਤੇ ਗੁਰੂ ਸਾਹਿਬ ਨੇ ਕਿਹਾ ਏਤੀ ਸੁਰਤ ਨਾ ਪਾਈਆਂ, ਪਤਾ ਨਹੀਂ ਸੀ ਲੱਗਦਾ ਕਿ ਕੋਈ ਆ ਰਿਹਾ ਹੈ। ਦਰਵਾਜ਼ੇ ਤੇ ਆ ਕੇ ਖਟਖਟ ਕਰਦਾ ਸੀ, ਦਰਵਾਜ਼ਾ ਖਟਖਟਾਉਂਦਾ ਸੀ। ਉਸ ਇਨਸਾਨ ਨੂੰ ਦੇਖ ਕੇ ਜਿਸ ਦੇ ਨਾਲ ਪ੍ਰੇਮ ਹੁੰਦਾ ਸੀ, ਕੋਈ ਭਾਈ ਭੈਣ ਆਉਂਦਾ ਸੀ, ਉਹ ਜਿਹੜੀਆਂ ਤਰੰਗਾਂ ਉਸ ਨੂੰ ਦੇਖ ਕੇ ਜਿਹੜੀ ਖੁਸ਼ੀ ਮਨ ਦੇ ਵਿੱਚ ਆਉਂਦੀ ਸੀ, ਜਿਹੜੀਆਂ ਤਰੰਗਾਂ ਉਹ ਮਨ ਦੇ ਵਿੱਚ ਆਉਂਦੀਆਂ ਸੀ, ਉਹ ਇਨਸਾਨ ਦੇ ਕਈ ਰੋਗ ਕੱਢ ਦਿੰਦੀਆਂ ਸੀ। ਅੱਜ ਕੱਲ੍ਹ ਤੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਪ੍ਰਾਹੁਣੇ ਨੇ ਕਿੰਨੇ ਵਜੇ ਆਉਣਾ ਹੈ, ਉਹ ਹੁਣ ਕਿਹੜੇ ਮੋੜ ਤੇ ਆ ਰਿਹਾ ਹੈ, ਇਹ ਵੀ ਦੱਸ ਦਿੰਦੇ ਉਹਨੇ ਕਿਹੜੇ ਕੱਪੜੇ ਪਾਏ ਹੋਏ ਹਨ। ਅਸੀਂ ਉਸ ਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਤੈਨੂੰ ਖਵਾਉਣਾ ਕੀ ਹੈ, ਉਸ ਦਾ ਕੀ ਪ੍ਰਭਾਵ ਹੋਵੇਗਾ। ਉਹ ਜੋ ਚੀਜ਼ ਸੀ ਉਸ ਨੂੰ ਮਿਲਣ ਦੀ, ਉਹ ਜੋ ਤੜਪ ਸੀ ਉਸ ਨੂੰ ਮਿਲਣ ਦੀ, ਉਹ ਜੋ ਤਰੰਗਾਂ ਸੀ ਅਸੀਂ ਖੋ ਬੈਠੇ ਹਾਂ। ਅਸੀਂ ਇੱਕ ਵਪਾਰੀ ਹੋ ਕੇ ਰਹਿ ਗਏ ਹਾਂ। ਸਾਡੇ ਉਹ ਪਿਆਰ, ਕਿਸੇ ਇਨਸਾਨ ਦੇ ਨਾਲ ਵੀ ਅਸੀਂ ਪਿਆਰ ਕਰਦੇ ਹਾਂ, ਸਾਡੇ ਮਨ ਦੇ ਵਿੱਚ ਜੋ ਤਰੰਗਾਂ ਆਉਂਦੀਆਂ ਹਨ, ਉਹ ਖੁਸ਼ੀ ਜੋ ਮਨ ਦੇ ਵਿੱਚ ਅਚਨਚੇਤ ਆਉਂਦੀ ਹੈ, ਉਹ ਸਾਡੇ ਕਈ ਰੋਗਾਂ ਨੂੰ ਦੂਰ ਕਰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਵੀ ਜੋ ਹੈ ਉਹ ਇੱਕ ਅਤਿਥੀ ਹੈ। ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਅਤਿਥੀ ਕਿਹਾ ਗਿਆ ਹੈ, ਇੱਕ ਮਹਿਮਾਨ ਕਿਹਾ ਗਿਆ ਹੈ। ਉਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹਿਮਾਨ ਦੀ ਤਰ੍ਹਾਂ ਆਉਂਦਾ ਹੈ, ਪਤਾ ਨਹੀਂ ਲੱਗਦਾ। ਸਲਾਹ ਹੀ ਸਲਾਹ ਐ ਬੰਦੇ, ਤੂੰ ਸਿਰਫ ਸਲਾਹ ਕਰੀ ਜਾ, ਤੈਨੂੰ ਉਹ ਸੁਰਤ ਕਦੇ ਨਹੀਂ ਰਹਿਣੀ। ਜਦੋਂ ਉਹ ਤੈਨੂੰ ਪਰਮਾਤਮਾ ਮਿਲੇਗਾ, ਤੂੰ ਕਿਸੇ ਨੂੰ ਨਹੀਂ ਦੱਸ ਸਕੇਗਾ, ਉਹ ਅਚਨਚੇਤ ਤੇਰੇ ਜੀਵਨ ਦੇ ਵਿੱਚ ਆਏਗਾ, ਤੈਨੂੰ ਐਸਾ ਧੂ ਕੇ ਲੈ ਜਾਏਗਾ, ਤੂੰ ਵਾਪਸ ਨਹੀਂ ਮੁੜ ਕੇ ਪਰਤੇਗਾ। ਤੂੰ ਉਸ ਦੇ ਵਿੱਚ ਲੀਨ ਹੋ ਜਾਏਗਾ, ਉਸ ਨਦੀ ਦੀ ਤਰ੍ਹਾਂ ਜੋ ਸਮੁੰਦਰ ਦੇ ਵੱਲ ਵੱਧਦੀ ਹੈ, ਉਸ ਸਮੁੰਦਰ ਦੇ ਵਿੱਚ ਨਾਲ ਜਾ ਕੇ ਮਿਲਦੀ ਹੈ। ਤੂੰ ਠਾਕੁਰੋ ਵੈਰਾਗੁਰੂ ਮੈਂ ਜਿਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ। ਐ ਪਿਤਾ ਤੂੰ ਉਹ ਸਾਗਰ ਹੈ। ਜਦੋਂ ਤੇਰਾ ਸਾਗਰ ਮਿਲ ਜਾਂਦਾ ਹੈ, ਇਸ ਵਿੱਚ ਮੈਂ ਮਿਲ ਜਾਂਦਾ ਹਾਂ, ਦੂਸਰਾ ਜੋ ਸਾਗਰ ਹੈ ਮੈਨੂੰ ਤੁਛ ਦਿਖਾਈ ਦਿੰਦਾ ਹੈ। ਸਮੁੰਦ ਸਾਹ ਸੁਲਤਾਨ ਗਿਰਹਾ। ਸ਼ਾਹ ਉਸ ਨੂੰ ਕਿਹਾ ਜਾਂਦਾ ਹੈ ਜੋ ਖਜ਼ਾਨਿਆਂ ਦਾ ਮਾਲਕ ਹੈ। ਸਮੁੰਦ ਸਾਹ ਸੁਲਤਾਨ ਗਿਰਹਾ, ਸੇਤੀ ਮਾਲ ਤਨ। ਹੁਣ ਕੋਈ ਐਸਾ ਇਨਸਾਨ ਜਿਸ ਦੀ ਕੋਈ ਪੁੱਛ ਗਿੱਛ ਨਾ ਹੋਵੇ, ਜੋ ਬਹੁਤ ਨੀਵਾਂ ਹੋਵੇ, ਜਿਸ ਨੂੰ ਕੋਈ ਪੁੱਛਦਾ ਵੀ ਨਾ ਹੋਵੇ, ਜਿਸ ਦੇ ਉੱਤੇ ਉਸ ਕਿਸੇ ਬੰਦੇ ਦੀ ਨਜ਼ਰ ਵੀ ਨਾ ਜਾਂਦੀ ਹੋਵੇ, ਉਸ ਦਾ ਕੋਈ ਰੰਗ ਨਾ ਹੋਵੇ, ਉਸ ਦਾ ਕੋਈ ਰੂਪ ਨਾ ਹੋਵੇ, ਉਸ ਦਾ ਕੋਈ ਸੰਬੰਧੀ ਨਾ ਹੋਵੇ, ਉਹ ਇਕੱਲਾ ਹੋਵੇ, ਉਸ ਨੂੰ ਕੋਈ ਪੁੱਛਦਾ ਨਾ ਹੋਵੇ, ਐਸਾ ਇਨਸਾਨ ਜੋ ਹੈ, ਉਹਦੇ ਮਨ ਦੇ ਵਿੱਚ ਜੇ ਤੇਰੀ ਬਾਣੀ ਹੈ, ਉਹ ਤੇਰੇ ਸਮੁੰਦਰ ਦੇ ਵਿੱਚ ਮਿਲ ਕੇ ਉਹ ਵੀ ਸ਼ਾਹ ਬਣ ਜਾਂਦਾ ਹੈ। ਸਮੁੰਦ ਸਾਹ ਸੁਲਤਾਨ ਗਿਰਹਾ, ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਉਹ ਇਨਸਾਨ ਜਿਸ ਦੇ ਕੋਲ ਕੁਝ ਨਹੀਂ ਹੈ, ਜੋ ਇੱਕ ਕੀੜੀ ਦੇ ਤੁਲ ਹੈ, ਅਗਰ ਉਹਨੂੰ ਪਰਮਾਤਮਾ ਨਾ ਵਿਸਰੇ, ਸਲਾਹ ਹੀ ਸਲਾਹ ਕਰਦਾ ਰਹੇ, ਪ੍ਰਭੂ ਨੂੰ ਵਿਸਾਰੇ ਨਾ, ਪ੍ਰਭੂ ਨੂੰ ਚਿੱਤ ਵਿੱਚ ਰੱਖੇ, ਹਮੇਸ਼ਾ ਰੱਖਦਾ ਰਹੇ ਚਿੱਤ ਦੇ ਵਿੱਚ, ਪਰਮਾਤਮਾ ਦੇ ਨਾਲ ਜੁੜਿਆ ਰਹੇ, ਉਹਦੀ ਮਿੱਠੀ ਸਿਫਤ ਸਲਾਹ ਕਰਦਾ ਰਹੇ। ਗੁਰੂ ਸਾਹਿਬ ਨੇ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਫਰਮਾਇਆ, ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹ। ਜਿਸ ਨੂੰ ਉਹ ਬਖਸ਼ ਕਰ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਜੋ ਸਿਫਤ ਸਲਾਹ ਕਰਦਾ ਹੈ, ਉਸ ਨੂੰ ਉਹ ਪਾਤਸ਼ਾਹ ਬਣਾ ਦਿੰਦਾ ਹੈ। ਜਿਸ ਇਨਸਾਨ ਦੀ ਕੋਈ ਵਕਤ ਨਹੀਂ ਹੈ, ਜਿਸ ਨੂੰ ਕੋਈ ਜਾਣਦਾ ਨਹੀਂ ਹੈ, ਜਿਸ ਨੂੰ ਕੋਈ ਪਛਾਣਦਾ ਨਹੀਂ ਹੈ, ਜਿਸ ਤੇ ਨਜ਼ਰ ਨਹੀਂ ਜਾਂਦੀ, ਜਿਸ ਤਰ੍ਹਾਂ ਕੀੜੀ ਹੈ ਪੈਰਾਂ ਥੱਲੇ ਆ ਜਾਂਦੀ ਹੈ, ਕੋਈ ਪਤਾ ਨਹੀਂ ਚੱਲਦਾ, ਉਸੇ ਤਰ੍ਹਾਂ ਉਸ ਇਨਸਾਨ ਦਾ ਪਤਾ ਨਹੀਂ ਚੱਲਦਾ।
ਉਹ ਇਨਸਾਨ ਅਗਰ ਉਸਦੇ ਹਿਰਦੇ ਦੇ ਵਿੱਚ ਪਿਆਰ ਹੈ, ਪ੍ਰੇਮ ਹੈ ਉਸ ਪਿਤਾ ਦਾ, ਉਹਦਾ ਨਾਮ ਹੈ, ਤੇ ਉਹ ਜਿਹੜੇ ਵੱਡੇ ਵੱਡੇ ਲੋਕ ਹਨ ਉਹ ਤੁੱਛ ਹਨ ਉਹਦੀਆਂ ਨਜ਼ਰਾਂ ਦੇ ਵਿੱਚ। ਉਹ ਲੋਕ ਜੋ ਹਨ, ਜੋ ਉਸ ਨੂੰ ਕੀੜੀ ਵਰਗਾ ਸਮਝਦੇ ਹਨ, ਉਹ ਜਦੋਂ ਉਸਦੇ ਮਨ ਦੇ ਵਿੱਚ ਪਰਮਾਤਮਾ ਆ ਜਾਂਦਾ ਹੈ, ਗਿਰਹਾ ਸੇਤੀ ਮਾਲ ਧਨ ਸਮੁੰਦ ਸਾਹ ਸੁਲਤਾਨ ਗਿਰਹਾ। ਕੋਈ ਐਡਾ ਵੱਡਾ ਸੁਲਤਾਨ ਹੋਵੇ, ਕੋਈ ਐਡਾ ਵੱਡਾ ਰਾਜਾ ਹੋਵੇ ਜੋ ਬਹੁਤ ਸਾਰੀ ਧਰਤੀ ਦਾ ਮਾਲਕ ਹੋਵੇ, ਜਾਂ ਇਸ ਤੋਂ ਵੀ ਜ਼ਿਆਦਾ ਜਿਸ ਤਰ੍ਹਾਂ 3 ਸਮੁੰਦਰ ਹਨ ਉਸ ਦਾ ਮਾਲਕ ਹੋਵੇ, ਉਸ ਕੋਲ ਪਹਾੜਾਂ ਵਰਗੇ ਜੋ ਹਨ ਸੋਨੇ ਦੀਆਂ ਖਾਣਾਂ ਹੋਣ, ਧਨ ਦੌਲਤ ਹੋਵੇ, ਲੇਕਿਨ ਉਹ ਕੀੜੀ ਵਰਗਾ ਜੋ ਇਨਸਾਨ ਹੈ, ਜਿਸ ਦੇ ਮਨ ਦੇ ਵਿੱਚ ਪਰਮਾਤਮਾ ਹੈ, ਜੋ ਸੜਕ ਤੇ ਖੜ ਕੇ ਭੀਖ ਤਾਂ ਮੰਗ ਰਿਹਾ ਹੈ ਪਰ ਉਸ ਦੇ ਮਨ ਦੇ ਵਿੱਚ ਉਸ ਹਰੀ ਦਾ ਵਾਸਾ ਹੈ, ਉਹਦੇ ਸਾਹਮਣੇ ਉਹ ਸੁਲਤਾਨ ਜੋ ਹੈ ਉਹ ਤੁੱਛ ਹੈ, ਉਹਦੀ ਕੋਈ ਵੀ ਕੀਮਤ ਨਹੀਂ ਹੈ। ਜੇ ਤਿਸ ਮਨੋ ਨਾ ਵਿਸਰੈ, ਉੱਥੇ ਜਾ ਕੇ ਹੁੰਦਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਇਸੇ ਹੀ ਅਵਸਥਾ ਤੇ ਆ ਕੇ ਜਦੋਂ ਉਸ ਪਿਤਾ ਦੇ ਨਾਲ ਇਨਸਾਨ ਮਿਲਦਾ ਹੈ, ਫਿਰ ਜਦੋਂ ਜਿਸ ਤਰ੍ਹਾਂ ਨਦੀ ਸਮੁੰਦਰ ਦੇ ਵਿੱਚ ਮਿਲਦੀ ਹੈ, ਇਨਸਾਨ ਪਰਮਾਤਮਾ ਦੇ ਵਿੱਚ ਮਿਲਦਾ ਹੈ, ਭੇਦਭਾਵ ਖੋ ਜਾਂਦੇ ਹਨ, ਫਿਰ ਉਸ ਨੂੰ ਸਾਰੇ ਹੀ ਆਪਣੇ ਲੱਗਣ ਲੱਗ ਜਾਂਦੇ ਹਨ। ਇਸੇ ਅਵਸਥਾ ਤੇ ਪਹੁੰਚ ਕੇ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਐ ਪਿਤਾ, ਇਹ ਰਜਾ ਤੇ ਤੇਰੀ ਹੈ, ਇਹ ਹੁਕਮ ਤੇ ਤੇਰਾ ਹੈ, ਮੇਰੀ ਇੰਤਜ਼ਾ ਹੈ, ਮੇਰੀ ਅਰਦਾਸ ਹੈ, ਮੈਂ ਸਾਰਿਆਂ ਦਾ ਹੀ ਭਲਾ ਮੰਗਦਾ ਹਾਂ, ਮੈਂ ਹਰ ਇੱਕ ਦਾ ਨੇਕੀ ਚਾਹੁੰਦਾ ਹਾਂ, ਹਰ ਇੱਕ ਦਾ ਭਲਾ ਮੰਗਦਾ ਹਾਂ। ਉਹ ਜਦੋਂ ਇਨਸਾਨ ਉੱਥੇ ਪਹੁੰਚ ਜਾਂਦਾ ਹੈ, ਉੱਥੇ ਸਭ ਹੰਕਾਰ ਦੀਆਂ ਗੱਲਾਂ ਜੋ ਹਨ ਉਹ ਖਤਮ ਹੋ ਜਾਂਦੀਆਂ ਹਨ। ਅਸੀਂ ਮੱਥਾ ਟੇਕਦੇ ਹਾਂ ਪਰ ਸਾਡਾ ਜੋ ਕੇਂਦਰ ਹੈ ਉਹ ਇੱਕ ਓਂਕਾਰ ਹੈ, ਉਹ ਪਰਮਾਤਮਾ ਹੈ। ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਹੈ, ਅਸੀਂ ਮੰਨ ਲਈਏ ਉਹ ਸਾਡੇ ਜੀਵਨ ਦਾ ਕੇਂਦਰ ਹੈ। ਉਹਦੇ ਕੋਲ ਖਜ਼ਾਨੇ ਹਨ, ਅਸੀਂ ਉਸ ਨਾਲ ਮਿਲ ਕੇ ਉਹਨਾਂ ਖਜ਼ਾਨਿਆਂ ਦੇ ਮਾਲਕ ਬਣ ਸਕਦੇ ਹਨ। ਪਰ ਕੀ ਕਾਰਨ ਹੈ ਕਿ ਤੇਰੀ ਪਹੁੰਚ ਉਸ ਇੱਕ ਓਂਕਾਰ ਤੱਕ ਨਹੀਂ ਪਹੁੰਚ ਰਹੀ? ਅਜੇ ਤੱਕ ਤੂੰ ਬੇਖਤਾਰੀਆਂ ਦੇ ਮੱਥੇ ਟੇਕਦਾ ਫਿਰਦਾ ਹੈ, ਅਜੇ ਤੱਕ ਤੂੰ ਮੜੀਆਂ ਮਸਾਣਾਂ ਦੇ ਉੱਤੇ ਹੀ ਤੁਰਿਆ ਫਿਰਦਾ ਹੈ, ਤੂੰ ਦੀਵੇ ਜਗਾਉਂਦਾ ਫਿਰਦਾ ਹੈ। ਇਹ ਇਨਸਾਨ ਕਿਤੇ ਨਦੀ ਦੇ ਵਾਂਗ ਤੂੰ ਸੁੱਕ ਹੀ ਨਾ ਜਾਵੇਂ। ਤੇਰੀ ਗੁਰਮਤ, ਤੇਰਾ ਆਤਮ ਵਿਸ਼ਵਾਸ, ਤੇਰਾ ਵਿਸ਼ਵਾਸ ਉਸ ਪਰਮਾਤਮਾ ਦੇ ਉੱਤੇ, ਤੇਰੀ ਸ਼ਰਧਾ ਉਸ ਪਰਮਾਤਮਾ ਦੇ ਉੱਤੇ, ਇਹ ਸ਼ਰਧਾ ਦੀ ਨਦੀ ਕਿਤੇ ਤੇਰੀ ਰਸਤੇ ਵਿੱਚ ਹੀ ਨਾ ਸੁੱਕ ਜਾਵੇ ਉਸ ਸਮੁੰਦਰ ਦੇ ਵਿੱਚ ਮਿਲਣ ਤੋਂ ਪਹਿਲਾਂ। ਇਸ ਲਈ ਜਾਗ, ਉਸ ਪਰਮਾਤਮਾ ਤੱਕ ਪਹੁੰਚ, ਫਿਰ ਤੂੰ ਦੇਖੀ ਜਦੋਂ ਤੂੰ ਉਸ ਪਰਮਾਤਮਾ ਦੇ ਵਿੱਚ ਮਿਲ ਗਿਆ, ਫਿਰ ਇਹ ਤੈਨੂੰ ਜੋ ਸੰਸਾਰ ਦੀਆਂ ਚੀਜ਼ਾਂ ਹਨ, ਜੋ ਉਸ ਸਾਗਰ ਨਾਲ ਮਿਲ ਜਾਂਦਾ ਹੈ, ਉਹ ਇਸ ਸਾਗਰ ਦੇ ਮੋਤੀਆਂ ਨੂੰ ਕੀੜੀ ਦੇ ਤੁਰ ਸਮਝਦਾ ਹੈ। ਫਿਰ ਦੇਖੀ ਤੂੰ ਤੇਰਾ ਕੀ ਭੇਖ ਬਣਦਾ ਹੈ, ਫਿਰ ਤੇਰੇ ਕੋਲ ਕੋਈ ਭੁੱਖ ਨਹੀਂ ਰਹਿਣੀ, ਫਿਰ ਤੇਰਾ ਮਨ ਇੱਕ ਵਾਰੀ ਤ੍ਰਿਪਤਿਆ ਜਾਵੇਗਾ। ਤੂੰ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਮਿਲ ਕੇ ਜੋ ਤੇਰਾ ਰਸਤਾ ਹੈ, ਜੋ ਤੇਰੀ ਮੰਜ਼ਿਲ ਹੈ, ਉਸ ਤੱਕ ਜਾਣਾ ਹੈ। ਸਾਡੀ ਮੰਜ਼ਿਲ ਪੈਸੇ ਤੱਕ ਨਾ ਰਹਿ ਜਾਵੇ, ਸਾਡੀ ਮੰਜ਼ਿਲ ਕਿਤੇ ਇੱਧਰ ਉੱਧਰ ਦੁਨੀਆ ਦੇ ਸੰਸਾਰਕ ਕੰਮਾਂ ਦੇ ਵਿੱਚ ਨਾ ਰਹਿ ਜਾਵੇ, ਅਸੀਂ ਕਿਤੇ ਮੋਹ ਮਾਇਆ ਦੇ ਵਿੱਚ ਫਸ ਕੇ ਹੀ ਨਾ ਰਹਿ ਜਾਈਏ। ਪਰਮਾਤਮਾ ਦਾ ਸਾਗਰ ਜੋ ਹੈ, ਸਾਡਾ ਮੂਲ ਮਕਸਦ ਜੋ ਹੈ, ਉਸ ਦੇ ਵਿੱਚ ਅਭੇਦ ਹੋਣਾ ਹੈ, ਉਸ ਪਰਮਾਤਮਾ ਦੇ ਵਿੱਚ ਮਿਲਣਾ ਹੈ, ਉਸ ਜੋਤ ਦੇ ਵਿੱਚ ਮਿਲਣਾ ਹੈ। ਅਸੀਂ ਉਸ ਪਰਮਾਤਮਾ ਉੱਤੇ ਇੱਕ ਅਥਾਹ ਵਿਸ਼ਵਾਸ ਕਰਨਾ ਹੈ। ਅਸੀਂ ਕਿਤੇ ਰੁਮਾਲੇ ਚੜਾਉਣ ਜੋਗੇ ਹੀ ਨਾ ਰਹਿ ਜਾਈਏ, ਅਸੀਂ ਕਿਤੇ ਪ੍ਰਸ਼ਾਦ ਚੜਾਉਣ ਜੋਗੇ ਹੀ ਨਾ ਰਹਿ ਜਾਈਏ। ਅਸੀਂ ਉਸ ਪਿਤਾ ਨੂੰ ਮਿਲਣਾ ਹੈ, ਉਸ ਪਿਤਾ ਦੀ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਹੈ, ਆਪਣੇ ਪ੍ਰੇਮ ਨੂੰ ਦੁਨੀਆ ਦੇ ਵਿੱਚ ਵਸਾਉਣਾ ਹੈ। ਗੁਰਸਿੱਖ ਜੋ ਹੈ ਇੱਕ ਫੁੱਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਉਹ ਜਿੱਥੇ ਵੀ ਬੈਠੇ ਉਸ ਦੀ ਮਹਿਕ ਸਭ ਨੂੰ ਆਵੇ, ਉਹਦੇ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਨਾ ਹੋਵੇ। ਉਸ ਦੀ ਜੋ ਮਹਿਕ ਹੈ, ਕੋਈ ਵੀ ਉਸ ਦੇ ਕੋਲ ਦੀ ਲੰਘੇ, ਉਹ ਮਹਿਕ ਹਰ ਇੱਕ ਨੂੰ ਆਵੇ, ਉਹ ਹਰ ਇੱਕ ਨੂੰ ਵੰਡੇ, ਹਰ ਇੱਕ ਦੇ ਨਾਲ ਆਪਣੀ ਸਾਂਝ ਪਾਵੇ, ਕਿਉਂਕਿ ਉਹ ਪਰਮਾਤਮਾ ਉਸ ਦੇ ਵਿੱਚ ਵਸਦਾ ਹੈ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਅਸੀਂ ਇਸ ਅਵਸਥਾ ਦੇ ਵਿੱਚ ਆਉਣਾ ਹੈ ਜਿਸ ਤਰ੍ਹਾਂ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਗੁਰੂ ਸਾਹਿਬ ਕਹਿੰਦੇ ਹਨ, ਜੋ ਨਾਮ ਨੂੰ ਵਿਸਾਰ ਦਿੰਦੇ ਹਨ, ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ,
ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਡਰਨਾ ਹੁੰਦਾ ਹੈ ਜੋ ਖੇਤ ਦੇ ਵਿੱਚ ਅਸੀਂ ਜ਼ਿਮੀਂਦਾਰ ਲੋਕ ਹਾਂ, ਖੇਤ ਦੇ ਵਿੱਚ ਇੱਕ ਕੱਪੜਾ ਬੰਦਾ ਬਣਾ ਕੇ ਉਸਦਾ ਤੇ ਉਹ ਖੜਾ ਕੀਤਾ ਜਾਂਦਾ ਹੈ। ਜਿਸ ਇਨਸਾਨ ਦੇ ਅੰਦਰ ਉਸ ਪਿਤਾ ਦੀ ਬਾਣੀ ਨਹੀਂ ਹੈ, ਉਹ ਗੁਰਬਾਣੀ ਨਹੀਂ, ਉਸ ਪਿਤਾ ਦਾ ਪ੍ਰੇਮ ਨਹੀਂ ਹੈ, ਉਸ ਡਰਾਉਣੇ ਦੀ ਤਰ੍ਹਾਂ ਹੈ ਜਿਸ ਦਾ ਇੱਕ ਵਿਖਾਵਾ ਤੇ ਹੈ ਪਰ ਉਸ ਦਾ ਵਜੂਦ ਨਹੀਂ ਹੈ। ਉਹ ਵਜੂਦ ਤਾਂ ਹੀ ਪੈਦਾ ਹੁੰਦਾ ਹੈ ਜੇ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਮੰਜ਼ਿਲ ਵੱਲ ਵਧੀਏ। ਉਸ ਦੀ ਪਹਿਲੀ ਮੰਜ਼ਿਲ ਹੈ ਆਪਸ ਵਿੱਚ ਪ੍ਰੇਮ ਕਰਨਾ, ਆਪਸ ਵਿੱਚ ਪਿਆਰ ਕਰਨਾ, ਕਿਸੇ ਨਾਲ ਘਿਰਣਾ ਨਾ ਕਰਨੀ, ਹਰ ਇੱਕ ਨੂੰ ਆਪਣਾ ਮੰਨਣਾ। ਮੰਨ ਕੇ ਦੇਖੋ, ਆਦਮੀ ਦੇ ਹਿਰਦੇ ਦੀਆਂ ਤਰੰਗਾਂ ਬਦਲ ਜਾਣਗੀਆਂ। ਆਪਣੀ ਜੋ ਨੇਕ ਨੀਤੀ ਹੈ, ਕਿਸੇ ਦੀ ਮਾੜੀ ਨੀਤੀ ਨੂੰ ਦੇਖ ਕੇ ਆਪਣੀ ਨੇਕ ਨੀਤੀ ਨਾ ਤਜੋ। ਉਸਨੇ ਇਸ ਤਰ੍ਹਾਂ ਕੀਤਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਤੁਸੀਂ ਆਪਣੀ ਡਗਰ 'ਤੇ ਚੱਲਦੇ ਰਹੋ। ਉਹ ਜੋ ਡਗਰ ਉਸ ਪਰਮਾਤਮਾ ਦੀ ਹੈ, ਸੱਚ 'ਤੇ ਚੱਲਣ ਦੀ, ਗੁਰਬਾਣੀ 'ਤੇ ਚੱਲਣ ਦੀ। ਅਸੀਂ ਕਿਸੇ ਨੂੰ ਕਹਿੰਦੇ ਹਾਂ ਆਪਣੇ ਮਨ 'ਚੋਂ ਪਹਿਲਾਂ ਆਪਣੇ ਭੇਦਭਾਵ ਮਿਟਾ ਦਿਓ, ਤੁਹਾਨੂੰ ਸਾਰੇ ਹੀ ਆਪਣੇ ਲੱਗਣਗੇ। ਕੋਈ ਨਹੀਂ ਹੈ, ਬੁਰਾਈ ਆਪਣੇ ਵਿੱਚ ਹੈ, ਦੂਸਰਿਆਂ ਵਿੱਚ ਨਹੀਂ ਹੈ। ਅਸੀਂ ਦੂਸਰਿਆਂ ਨੂੰ ਖੋਜਦੇ ਹਾਂ, ਆਓ ਅਸੀਂ ਆਪਣੇ ਆਪ ਨੂੰ ਖੋਜੀਏ, ਆਪਣੇ ਵਿੱਚੋਂ ਬੁਰਾਈ ਕੱਢੀਏ, ਦੇਖੀਏ ਅਗਰ ਕੋਈ ਸਾਨੂੰ ਕੁਝ ਕਹਿ ਰਿਹਾ ਹੈ, ਸਾਡੇ ਅੰਦਰ ਕੀ ਕਮੀ ਹੈ, ਸਾਨੂੰ ਕੁਝ ਕਹਿ ਰਿਹਾ ਹੈ। ਅਸੀਂ ਦੂਜੇ ਨੂੰ ਗਲਤ ਕਹਿਣ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਕੀਏ, ਸਾਡੇ ਅੰਦਰ ਉਹ ਨਫ਼ਰਤ ਤਾਂ ਨਹੀਂ ਹੈ, ਸਾਡੇ ਅੰਦਰ ਉਹਦੇ ਪ੍ਰਤੀ ਕੋਈ ਵਿਤਕਰਾ ਤਾਂ ਨਹੀਂ ਹੈ, ਅਸੀਂ ਕੋਈ ਉਹਦੇ ਬਾਰੇ ਗਲਤ ਤਾਂ ਨਹੀਂ ਸੋਚਿਆ। ਸ਼ੀਸ਼ੇ ਦੇ ਵਿੱਚ ਅਗਰ ਘਟਾ ਪਿਆ ਹੋਵੇ ਤੇ ਆਪਣਾ ਚਿਹਰਾ ਸਾਫ਼ ਨਹੀਂ ਦਿਸਦਾ। ਅਗਰ ਸਾਡਾ ਮਨ ਸਾਫ਼ ਨਹੀਂ ਹੈ, ਸਾਨੂੰ ਦੂਸਰੇ ਦਾ ਚਿਹਰਾ ਸਾਫ਼ ਨਹੀਂ ਦਿਸੇਗਾ। ਇਹ ਗੁਰੂ ਸਵਾਰਿਓ, ਇਹ ਪਿਆਰਿਓ, ਇਹ ਉਸ ਪਿਤਾ ਦੇ ਪੁੱਤਰ ਤੇ ਧੀਓ, ਉਸ ਪਿਤਾ ਨੂੰ ਅਸੀਂ ਸੰਸਾਰ ਦੇ ਵਿੱਚ ਅਗਰ ਕੋਈ ਕਿਸੇ ਨੂੰ ਕਹਿ ਦਈਏ ਨਾ, ਅਸੀਂ ਉਸ ਬੰਦੇ ਨੂੰ ਜਾਣਦੇ ਨਾ ਹੋਈਏ ਤੇ ਉਸ ਨੂੰ ਕਹਿ ਦਈਏ ਇਹ ਫਲਾਣੇ ਦਾ ਮੁੰਡਾ ਹੈ, ਅਸੀਂ ਝੱਟ ਯਕੀਨ ਕਰ ਲੈਂਦੇ ਹਾਂ, ਹਾਂ ਇਹਦਾ ਮਾਂ ਪਿਓ ਬਹੁਤ ਚੰਗਾ ਹੈ, ਇਹ ਬਹੁਤ ਅੱਛਾ ਹੋਵੇਗਾ। ਇਹ ਗੁਰੂ ਸਵਾਰਿਓ, ਸਾਡਾ ਤੇ ਗੁਰੂ ਗੋਬਿੰਦ ਸਿੰਘ ਪਿਤਾ ਹੈ, ਸਾਹਿਬ ਗੁਰ ਮਾਤਾ ਹੈ। ਅਸੀਂ ਇਸ ਕਾਬਲ ਬਣਾਈਏ ਆਪਣੇ ਆਪ ਨੂੰ ਕਿ ਸਾਡੇ ਤੇ ਕੋਈ ਵਿਸ਼ਵਾਸ ਕਰ ਸਕੇ। ਜੇ ਕੋਈ ਇਹ ਸਮਝ ਕੇ ਕਿ ਇਹ ਗੁਰੂ ਦੇ ਲਾਲ ਹਨ, ਇਹ ਮਾਤਾ ਸਾਹਿਬ ਕੌਰ ਦੇ ਪੁੱਤਰ ਧੀਆਂ ਹਨ, ਤੇ ਉਹ ਇਹ ਵਿਸ਼ਵਾਸ ਕਰਕੇ ਸਾਡੇ ਤੇ ਯਕੀਨ ਕਰੇ ਕੋਈ, ਤੇ ਅਸੀਂ ਉਸ ਵਿਸ਼ਵਾਸ ਨੂੰ ਤੋੜੀਏ ਨਾ। ਕੋਈ ਵੀ ਧੀ ਜਾਂ ਪੁੱਤਰ ਆਪਣੇ ਪਿਤਾ ਦੇ ਵਿਸ਼ਵਾਸ ਨੂੰ ਤੋੜਨਾ ਚੰਗਾ ਨਹੀਂ ਸਮਝਦਾ। ਉਸਦੇ ਮਨ ਦੇ ਵਿੱਚ ਇਹ ਖਾਹਿਸ਼ ਹੋਣੀ ਚਾਹੀਦੀ ਹੈ, ਮੇਰੇ ਮਾਤਾ ਪਿਤਾ ਦਾ ਸਨਮਾਨ ਵਧੇ, ਮੈਂ ਕੋਈ ਵੀ ਐਸਾ ਕੰਮ ਨਾ ਕਰਾਂ ਜਿਹਦੇ ਨਾਲ ਮੇਰੇ ਮਾਤਾ ਪਿਤਾ ਨੂੰ ਕੋਈ ਨੁਕਸਾਨ ਪਹੁੰਚੇ, ਜਾਂ ਉਹਨਾਂ ਦੀ ਮਾਣ ਦੇ ਵਿੱਚ ਜਾਂ ਉਹਨਾਂ ਦੀ ਇੱਜ਼ਤ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਆਵੇ। ਹਰ ਧੀ, ਹਰ ਪੁੱਤ ਇਹੀ ਸੋਚਦਾ ਹੈ ਕਿ ਮੇਰੇ ਮਾਂ ਪਿਓ ਦਾ ਸਿਰ ਕਿਤੇ ਨੀਵਾਂ ਨਾ ਹੋਵੇ। ਇਹ ਗੁਰੂ ਪਿਆਰਿਓ, ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਨੇ ਸਰਬੰਸ ਵਾਰਿਆ ਸੀ, ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰੂ ਦੇ ਨਾਲ ਬਿਤਾਇਆ ਸੀ, ਉਹਨਾਂ ਦੀ ਅਸੀਂ ਵਡਿਆਈ ਬਣਾਈਏ। ਸਾਡੇ ਤੇ ਕੋਈ ਵਿਸ਼ਵਾਸ ਕਰੇ ਤੇ ਇਤਨਾ ਕਰੋ ਆਪਣੀ ਜਾਨ ਜਾਂਦੀ ਤੇ ਜਾਵੇ, ਉਸ ਦਾ ਵਿਸ਼ਵਾਸ ਨਾ ਟੁੱਟੇ, ਕਿਉਂਕਿ ਉਸ ਦਾ ਵਿਸ਼ਵਾਸ ਇੱਕ ਗੁਰਸਿੱਖ ਤੇ ਨਹੀਂ ਹੈ, ਉਸ ਦਾ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਹੈ। ਆਪਣੇ ਆਪ ਨੂੰ ਇਸ ਕਾਬਲ ਬਣਾਈਏ, ਇਸ ਚਲਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਕਰੀਏ, ਆਪਣੀਆਂ ਖਾਮੀਆਂ ਨੂੰ ਦੇਖੀਏ, ਦੂਸਰਿਆਂ ਦੀ ਚੀਜ਼ਾਂ ਨੂੰ ਲੱਭਦੇ ਲੱਭਦੇ ਆਪਣੇ ਜੀਵਨ ਨੂੰ ਵਿਕਾਰ ਦੇ ਵਿੱਚ ਨਾ ਗਵਾਈਏ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਕੋਈ ਸ਼ਬਦ ਗਲਤ ਨਿਕਲ ਗਿਆ ਹੋਵੇ, ਕੋਈ ਗੁਰਬਾਣੀ ਦਾ ਸ਼ਬਦ, ਕੋਈ ਐਸਾ ਸ਼ਬਦ ਜਿਸ ਨੇ ਕਿਸੇ ਮਨ ਨੂੰ ਠੇਸ ਪਹੁੰਚਾਈ ਹੋਵੇ, ਕੋਈ ਐਸਾ ਸ਼ਬਦ ਜਿਸ ਦੇ ਨਾਲ ਕੋਈ ਮਨ ਵਿੰਨਿਆ ਗਿਆ ਹੋਵੇ, ਜਾਂ ਮੇਰੀ ਕੋਈ ਮੂਰਖਤਾ ਵਿੱਚ ਆ ਗਈ ਹੋਵੇ, ਮੈਨੂੰ ਖਿਮਾ ਕਰਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਰਦਾਸ ਕਰਨੀ ਉਸ ਪਰਮਾਤਮਾ ਦੇ ਅੱਗੇ, ਇਸ ਨੇ ਕਾਰੇ ਨੂੰ ਕਾਰੇ ਲਾਵੇ, ਇਸ ਨੇ ਗੁਣੇ ਨੂੰ ਗੁਣ ਬਖਸ਼ੇ। ਉਸ ਪਿਤਾ ਦੀ ਜੋ ਨਦੀਆਂ ਵਰਗੀ ਬਾਣੀ ਹੈ, ਉਹ ਪ੍ਰਵਾਹ ਜੋ ਬਾਣੀ ਦਾ ਇਸ ਹਿਰਦੇ 'ਚ ਵਸੇ, ਤੇ ਉਹ ਤੁਹਾਡੇ ਨਾਲ ਸਾਂਝਾ ਕਰਦਾ ਕਰਦਾ ਤੁਹਾਡੇ ਚਰਨਾਂ ਦੀ ਧੂੜੀ ਆਪਣੇ ਤੇ ਮਸਤਕ ਤੇ ਲਾਉਂਦਾ ਲਾਉਂਦਾ ਤੁਹਾਡੇ ਜੀ ਸਹਾਰੇ ਕਿਤੇ ਇਹ ਵੀ ਤਰ ਜਾਵੇ। ਇਤਨੀ ਬੇਨਤੀ ਜ਼ਰੂਰ ਕਰਨੀ ਪਰਮਾਤਮਾ ਅੱਗੇ, ਅਰਦਾਸ ਕਰਨੀ ਪਰਮਾਤਮਾ ਅੱਗੇ, ਉਹ ਬਲ ਬਖਸ਼ੇ, ਆਪ ਦੇ ਨਾਲ ਉਸ ਦੇ ਅਨਮੋਲਕ ਸ਼ਬਦਾਂ ਨੂੰ ਸਾਂਝੇ ਕਰਨ ਦਾ ਬਲ ਬਖਸ਼ੇ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬਾਬਾ ਜੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਛੋਟੇ ਪਸੰਦ ਕਿ ਨਹੀਂ? ਪਤਾ ਨਹੀਂ